ਅਜਿਹੇ ਕਾਰਨ ਉਦੋਂ ਹਕੂਮਤ ਦੇ ਕੋਲ ਰਹੇ ਸੀਗੇ ਕਿ ਸਿੱਖਾਂ ਦੀ ਸੁਪਰੀਮ ਸੰਸਥਾ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਤੇ ਉਹਨਾਂ ਨੂੰ ਅਟੈਕ ਕਰਨਾ ਪਿਆ ਸੀ। ਦਿਨ ਹਰਿਮੰਦਰ ਸਾਹਿਬ ਦੇ ਵਿੱਚ ਬਹੁਤ ਸੰਗਤ ਇਕੱਠੀ ਹੋਈ ਸੀ ਜੀ, ਤੇ ਇਹਨਾਂ ਨੇ ਉਹ ਦਿਨ ਚੜਿਆ ਕਿ ਅਸੀਂ ਖਾਸ ਕਰਕੇ ਕਿਉਂ ਪਹਿਲਾਂ ਭਿੰਡਰਾਂਵਾਲਾ ਜਿਹੜਾ ਸੀ ਉਹ ਤੇ ਸਾਰਾ ਦੋਸ਼ ਮੜ ਰਹੇ ਸੀ ਜੀ, ਲੇਕਿਨ ਜ਼ਬਰਦਸਤੀ ਉਹਦੇ ਉੱਤੇ ਇਹ ਵੀ ਦੋਸ਼ ਲਾ ਰਹੇ ਸੀ ਕਿ ਖਾਲਿਸਤਾਨੀ ਹੈ, ਖਾਲਿਸਤਾਨ ਮੰਗਦਾ ਹੈ, ਹਿੰਦੁਸਤਾਨ ਤੋਂ ਅੱਡ ਹੋਣਾ ਚਾਹੁੰਦਾ ਹੈ। ਤੇ ਉਹਦੇ ਉੱਤੇ ਉਹਨਾਂ ਦਾ ਇਹ ਇਰਾਦਾ ਸੀ ਕਿ ਇਹਨੂੰ ਖਤਮ ਕੀਤਾ ਜਾਵੇ ਔਰ ਆਪਣੇ ਆਪ ਨੂੰ ਦਿਖਾਇਆ ਜਾਵੇ ਕਿ ਅਸੀਂ ਸਾਰਾ ਹਿੰਦੁਸਤਾਨ ਨੂੰ ਜੋ ਹੈ ਇਕੱਠਾ ਕਰਨਾ ਚਾਹੁੰਦੇ ਹਾਂ ਔਰ ਜੇ ਸਿੱਖ ਹੈ ਇਹ ਅੱਡ ਹੋਣਾ ਚਾਹੁੰਦੇ ਆ। ਮੈਂ ਹੈਰਾਨ ਰਹਿ ਗਿਆ ਕਿ ਦੇਖੋ ਇੰਨੇ ਗੁਰਦੁਆਰਿਆਂ ਤੇ ਹਮਲੇ ਹੋਏ ਨੇ, ਅਗਰ ਭਿੰਡਰਾਂਵਾਲਾ ਸੀ ਹਰਿਮੰਦਰ ਸਾਹਿਬ ਦੇ ਵਿੱਚ ਉਹਨੂੰ ਇਕੱਲੇ ਨੂੰ ਖਤਮ ਕਰਨ ਲਈ ਪੂਰੇ ਪੰਜਾਬ ਦੇ ਉੱਤੇ ਕਿਉਂ ਕਰਫਿਊ ਲਾਇਆ, ਪੰਜਾਬ ਦਾ ਕੀ ਬੁਰੀ ਹਾਲਤ ਕੀਤੀ ਹੈ। ਅੱਛਾ, ਮਤਲਬ ਜਿਹੜੇ ਸਿੱਖ ਫੌਜਾਂ ਤੋਂ ਆਪਣੀ ਡਿਊਟੀਆਂ ਛੱਡ ਕੇ ਆ ਰਹੇ ਸੀ ਉਹਨਾਂ ਨੂੰ ਵੀ ਮਾਰਿਆ ਗਿਆ ਉਹਨਾਂ ਦੇ ਘੇਰਿਆ ਗਿਆ, ਮਾਰਿਆ ਗਿਆ ਔਰ ਕਈਆਂ ਨੂੰ ਬਹੁਤ ਬੰਦ ਵੀ ਕੀਤਾ ਗਿਆ, ਸੀਏ ਵੀ ਦਿੱਤੇ, ਕਾਫੀ ਕੁਝ ਹੋਇਆ ਇਹਨਾਂ ਨਾਲ। ਉੱਥੋਂ ਡਾਇਰੈਕਟਲੀ ਫਾਇਰ ਕਰ ਰਹੇ ਸੀਗੇ ਹਰਿਮੰਦਰ ਦੂਜੇ ਦੇ ਉੱਤੇ, ਅਕਾਲ ਤਖਤ ਦੇ ਉੱਤੇ, ਜਿਹਦੇ ਵਿਚਾਲੇ ਆਉਂਦਾ ਸੀ ਆਪਣਾ ਡਿਊਟੀ, ਉਹਦੇ ਵਿੱਚ ਦੀ ਗੋਲੇ ਗਏ ਹੋਏ ਸੀ। ਤੇ ਪੂਰਾ ਅਕਾਲ ਤਖਤ ਜੋ ਹੈ ਨਾ ਜਿਵੇਂ ਇੱਕ ਉਜੜਿਆ ਹੋਇਆ, ਉਜਾੜਿਆ ਹੋਇਆ ਪੂਰਾ ਇਹੋ ਜਿਹਾ ਬਣਿਆ ਸੀ, ਬਸ ਢਾਂਚਾ ਜਿਹਾ ਖੜਾ ਸੀਗਾ। ਤੁਸੀਂ ਗਏ ਸੀ ਉਦੋਂ ਕਿੱਦਾਂ ਦਾ ਮੰਜ਼ਰ ਲੱਗ ਰਿਹਾ ਸੀਗਾ, ਦਿਲ ਨੂੰ ਕੀ ਮਹਿਸੂਸ ਹੋ ਰਿਹਾ ਸੀ? ਉਹ ਗੱਲ ਹੀ ਨਾ ਕਰ, ਮੇਰੇ ਤਾਂ ਗੱਲ ਕਰਕੇ ਰੋਣੀ ਆਉਂਦਾ ਇੱਕ ਕਿਸਮ। ਦੇ ਹੈਵਨਟ ਅਡਾਪਟਡ ਦਾ ਪ੍ਰੋਪਰ ਮੀਨਸ, ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੇ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਔਰ ਸਭ ਤੋਂ ਗੰਦਾ ਰਸਤਾ ਜੋ ਹੈ ਉਹ ਅਡਾਪਟ ਕੀਤਾ ਕਿ ਤਬਾਹੀ ਕਰ ਦਿਓ, ਉਜਾੜ ਹੀ ਦਿਓ। ਇਹ ਭੁੱਲ ਗਏ ਕਿ ਸਿੱਖਾਂ ਦਾ ਤਾਂ ਦਿਲ ਹੈ ਇੱਥੇ ਰੱਖਿਆ ਹੋਇਆ। ਹਰ ਸਾਲ ਜਦੋਂ ਜੂਨ ਦਾ ਪਹਿਲਾ ਹਫਤਾ ਚੜ੍ਹਦਾ, ਜੂਨ ਦੇ ਮਹੀਨੇ ਦੀ ਸਟਾਰਟਿੰਗ ਹੁੰਦੀ ਹੈ, ਤਾਂ ਹਰ ਕਿਸੇ ਸਿੱਖ ਦੇ ਮਨ ਦੇ ਵਿੱਚ ਬਹੁਤ ਉਦਾਸੀ ਛਾ ਜਾਂਦੀ ਹੈ, ਕਿਉਂਕਿ 1984 ਦੇ ਵਿੱਚ ਜੂਨ ਦੇ ਪਹਿਲੇ ਹਫਤੇ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਤੇ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਸੀਗਾ ਤੇ ਸੰਤ ਭਿੰਡਰਾਂਵਾਲੇ ਦੀ ਉਸ 'ਚ ਮੌਤ ਵੀ ਹੋ ਗਈ ਸੀ। ਤਾਂ ਸ਼ਹੀਦੀ ਸਪਤਾਹ ਵੀ ਇਸ ਨੂੰ ਕਿਹਾ ਜਾਂਦਾ ਹੈ, ਕਿਉਂਕਿ ਕਈ ਸਿੱਖ ਨੌਜਵਾਨ ਉਸ ਦੇ ਵਿੱਚ ਸ਼ਹੀਦ ਵੀ ਹੋਏ ਸੀਗੇ ਤੇ ਹਰ ਕਿਸੇ ਦੇ ਮਨ ਨੂੰ ਬੜਾ ਦੁੱਖ ਲੱਗਦਾ ਹੈ ਕਿ ਸਿੱਖਾਂ ਦਾ ਜਿਹੜਾ ਸੁਪਰੀਮ ਕੇਂਦਰ ਹੈ ਉਸ 'ਤੇ ਟੈਂਕਾਂ ਤੋਪਾਂ ਦੇ ਨਾਲ ਅਟੈਕ ਹੋਇਆ ਸੀ। ਪਰ ਇਸ ਸਭ ਦੀ ਸ਼ੁਰੂਆਤ ਕਿੱਥੋਂ ਹੋਈ ਸੀ? ਕਿਉਂ ਫੌਜੀਆਂ ਨੂੰ ਉੱਥੇ ਹਮਲਾ ਕਰਨਾ ਪਿਆ? ਕਿਉਂ ਭਾਰਤੀ ਹਕੂਮਤ ਨੇ ਇਹ ਤੈਅ ਕੀਤਾ ਕਿ ਸਿੱਖਾਂ ਦੀ ਸੁਪਰੀਮ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਜਾਵੇ? ਕਿਹੜੇ ਉਹ ਕਾਰਨ ਰਹੇ ਸੀਗੇ, ਉਹ ਸਾਰੀ ਜਾਣਕਾਰੀ ਅਸੀਂ ਲਵਾਂਗੇ। ਸਾਡੇ ਨਾਲ ਰਿਟਾਇਰਡ ਕਰਨਲ ਡਾਕਟਰ DS ਗਰੇਵਾਲ ਮੌਜੂਦ ਨੇ। ਬਹੁਤ ਸਾਰੀ ਇਹਨਾਂ ਨੇ ਰਿਸਰਚ ਇਸ 'ਤੇ ਕੀਤੀ ਹੋਈ ਹੈ, ਖੁਦ ਉੱਥੇ ਦੇ ਨਕਸ਼ੇ ਤੱਕ ਬਣਾਏ ਹੋਏ ਨੇ। ਤੇ ਜਿਸ ਦਿਨ ਆਰਮੀ ਨੇ ਅਟੈਕ, ਆਰਮੀ ਦਾ ਜਿਸ ਦਿਨ ਖਤਮ ਹੋਇਆ ਸੀਗਾ 7 ਜੂਨ ਨੂੰ, ਤਾਂ 8 ਜੂਨ ਨੂੰ ਇਹ ਉੱਥੇ ਪਹੁੰਚੇ ਵੀ ਸੀ ਤੇ ਆਪਣੇ ਅੱਖਾਂ ਦੇ ਨਾਲ ਸਾਰਾ ਉਹ ਮੰਜ਼ਰ ਦੇਖਿਆ ਵੀ ਸੀ। ਤਾਂ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਗਰੇਵਾਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸਰ, ਕਿਹੜੇ ਅਜਿਹੇ ਕਾਰਨ ਉਦੋਂ ਹਕੂਮਤ ਦੇ ਕੋਲ ਰਹੇ ਸੀਗੇ ਕਿ ਸਿੱਖਾਂ ਦੀ ਸੁਪਰੀਮ ਸੰਸਥਾ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਤੇ ਉਹਨਾਂ ਨੂੰ ਅਟੈਕ ਕਰਨਾ ਪਿਆ ਸੀ? ਇਸ ਸਭ ਦੀ ਸ਼ੁਰੂਆਤ ਤੋਂ ਆਪਾਂ ਗੱਲ ਕਰੀਏ, ਇਹ ਤਾਂ ਸਭ ਨੂੰ ਪਤਾ ਹੈ ਕਿ ਜੂਨ 1984 ਦੇ ਵਿੱਚ ਅਟੈਕ ਹੋਇਆ ਸੀਗਾ, ਪਰ ਇਸ ਦੀ ਸ਼ੁਰੂਆਤ ਕਿੱਥੋਂ ਹੋਈ ਸੀ? ਕਿ ਇਸ ਦੇ ਬਾਰੇ ਥੋੜਾ ਦੱਸੋ। ਇਹ ਜੜ ਮੰਨੀਏ ਜਦ 1947 ਦੇ ਵਿੱਚ ਦੇਸ਼ ਆਜ਼ਾਦ ਸਮਝ ਲਓ ਤੁਸੀਂ, ਤੇ ਉਸ ਤੋਂ ਜ਼ਿਆਦਾ ਸਿੱਖ ਉਜੜ ਕੇ ਉੱਧਰੋਂ ਵੀ ਆਏ ਸੀ ਤੇ ਇੱਥੇ ਵੀ ਸੀ, ਲੇਕਿਨ ਸਿੱਖਾਂ ਨੂੰ ਕੋਈ ਵੀ ਚੀਜ਼, ਕੋਈ ਵੀ ਪਾਵਰ ਨਹੀਂ ਦਿੱਤੀ, ਕੋਈ ਸੂਬਾ ਤੱਕ ਨਹੀਂ ਦਿੱਤਾ ਗਿਆ ਜਦ ਕਿ ਦੇਣਾ ਬਣਦਾ ਸੀ। ਇਹਨਾਂ ਦੀ ਮੰਗ ਸੀ, ਲੇਕਿਨ ਨਹਿਰੂ ਜਨਾਂ ਨੇ ਆਪਣੇ ਸਮਝੌਤੇ ਦੇ ਵਿੱਚ ਸਿੱਖਾਂ ਨੂੰ ਵਾਕੀ ਰੱਖਿਆ, ਅੰਗਰੇਜ਼ਾਂ ਨੂੰ ਵੀ ਕੁਚਲਾ ਕੇ ਸਿੱਖਾਂ ਨੂੰ ਕੁਝ ਵੀ ਨਹੀਂ ਦਿੱਤਾ। ਉਸ ਤੋਂ ਬਾਅਦ ਲੇਕਿਨ ਸਿੱਖਾਂ ਦੀ ਤਾਂ ਸ਼ਾਂਤੀ ਹੋਈ ਨਹੀਂ। ਮਾਸਟਰ ਤਾਰਾ ਸਿੰਘ ਨੇ ਫਿਰ ਪੰਜਾਬੀ ਸੂਬੇ ਦਾ ਮੋਰਚਾ ਲਾਇਆ, ਉਸ ਤੋਂ ਬਾਅਦ ਸੰਤ ਫਤਿਹ ਸਿੰਘ ਨੇ ਇਹਨੂੰ ਅਗਾਂਹ ਤੋਰਿਆ, ਚੱਲਦਾ ਰਿਹਾ ਸਾਰੀਆਂ। ਫਿਰ ਆਪਣਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਹੋਇਆ, ਜਿਹਦੇ ਵਿੱਚ ਸਿੱਖਾਂ ਨੂੰ ਐਕਚੁਅਲੀ ਅਗਰ ਤੁਸੀਂ ਫੈਡਰੇਸ਼ਨ ਵੀ ਹੈ ਤਾਂ ਸਿੱਖਾਂ ਨੂੰ ਕੁਝ ਪਾਵਰ ਤਾਂ ਦਿਓ, ਡਿਫੈਂਸ ਦਿਓ, ਇਕਨੋਮਿਕਸ, ਦੂਜਾ ਕਮਰਸ ਦਿਓ, ਵੱਡੀ ਵੱਡੀ ਚੀਜ਼ਾਂ ਜਿਹੜੀ ਹੈਗੀਆਂ ਉਹ ਦੇਣੀਆਂ ਚਾਹੀਦੀਆਂ ਸੀ। 5 ਐਟਲੀਸਟ ਸਬਜੈਕਟ ਕੁਛ ਨਹੀਂ ਦਿੱਤਾ ਗਿਆ। ਇਨਫੈਕਟ ਸਿੱਖਾਂ ਨੂੰ ਤਾਂ ਜੋ ਹੈ
ਅਲੱਗ ਕਰਕੇ ਰੱਖ ਦਿੱਤਾ ਗਿਆ, ਜਿਹਦੇ 'ਚ ਸਿੱਖਾਂ ਦੀ ਕੋਈ ਭਾਗੀਦਾਰੀ ਨਹੀਂ ਸੀ ਇੰਡੀਪੈਂਡੈਂਟ। ਉਸ ਕਰਕੇ ਫਿਰ ਇਹਨਾਂ ਜੋਸ਼ ਜੋ ਹੈ, ਇੱਕ ਜੋਸ਼ ਵੀ ਆਇਆ ਕਿਉਂਕਿ ਪੰਜਾਬੀ ਸੂਬੇ ਕਰਕੇ ਸਾਰੇ ਮੋਰਚਾ ਲਗਾਤਾਰ ਵੱਧਦਾ ਗਿਆ, ਔਰ ख़ास ਕਰਕੇ ਇੱਕ ਨਿਰਾਸ਼ਾ ਵੀ ਪੈਦਾ ਹੋਈ। ਤੇ ਜਿਹਦੇ ਕਰਕੇ ਇਹਨਾਂ ਨੇ ਫਿਰ ਇਕੱਠਾ ਹੋ ਕੇ ਮੰਗਾਂ ਜਿਹੜੀਆਂ ਹੈਗੀਆਂ, ਇੰਦਰਾ ਗਾਂਧੀ ਉਦੋਂ ਪ੍ਰਾਈਮ ਮਿਨਿਸਟਰ ਸੀ, ਉਹਦੇ ਅੱਗੇ ਰੱਖੀਆਂ ਕਿ ਐਡੀ ਸਾਡੀਆਂ ਆਹ ਮੰਗਾਂ ਤਾਂ ਮੰਨੋ, ਜਿਹਦੇ ਵਿੱਚ ਸਾਨੂੰ ਚੰਡੀਗੜ੍ਹ ਜਿਹੜਾ ਹੈ ਇਹਨੇ ਪੰਜਾਬੀ ਸੂਬਾ ਜਿਹੜਾ ਬਣਾਇਆ ਸੀ, ਉਹ ਵੀ ਚੰਡੀਗੜ੍ਹ ਵੀ ਅਲੱਗ ਕਰ ਦਿੱਤਾ, ਪੰਜਾਬੀ ਬੋਲਦੇ ਸੂਬੇ ਵੀ ਨਹੀਂ ਸਨ, ਇਲਾਕੇ ਵੀ ਨਹੀਂ ਦਿੱਤੇ ਸਾਨੂੰ। ਤਾਂ ਉਹ ਜਿਹੜਾ ਸੀ ਸਾਰਾ ਇਲਾਕਾ ਪ੍ਰੋਬਲਮ ਸੀਗਾ ਸਾਰਾ, ਉਹ ਹੁਣ ਅੱਗੇ ਆ ਰਿਹਾ ਸੀ ਪੰਜਾਬੀਆਂ ਦੇ, ਕਿਉਂਕਿ ਪੰਜਾਬੀ ਸਮਝਦੇ ਸੀ ਕਿ ਸਾਨੂੰ ਹਾਲੇ ਵੀ ਠੀਕ ਹਿੱਸਾ ਨਹੀਂ ਦਿੱਤਾ ਗਿਆ, ਜਦ ਕਿ ਓਵਰਆਲ ਪੰਜਾਬ ਤਾਂ ਪਹਿਲਾਂ ਬਹੁਤ ਵੱਡਾ ਸੀਗਾ। ਜੇ ਕਹੀਏ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਲੈ ਕੇ ਤਾਂ ਪਸ਼ਾਵਰ ਤੋਂ ਲੈ ਕੇ ਦਿੱਲੀ ਤੱਕ ਸੀਗਾ। ਫਿਰ ਅਗਰ ਵੰਡਿਆ ਵੀ ਗਿਆ ਤਾਂ ਪੰਜਾਬ ਸੀਗਾ, ਹਰਿਆਣਾ ਵੀ ਸੀ ਸਾਰਾ ਪੂਰਾ, ਦਿੱਲੀ ਵੀ ਸੀਗਾ ਵਿੱਚ, ਔਰ ਹਿਮਾਚਲ ਵੀ ਸੀਗਾ। ਤੇ ਇਹ ਸਾਰਾ ਇਲਾਕਾ ਕਟਾ ਕੇ ਇੱਕ ਛੋਟਾ ਜਿਹਾ ਹਿੱਸਾ ਜਿਹੜਾ ਹੈ ਪੰਜਾਬੀਆਂ ਨੂੰ ਦਿੱਤਾ, ਪੰਜਾਬੀਆਂ ਦੇ ਨਾਂ 'ਤੇ, ਜਦ ਕਿ ਪੰਜਾਬੀ ਤਾਂ ਹੋਰ ਵੀ ਥਾਂ 'ਤੇ ਫੈਲੇ ਹੋਏ ਸੀਗੇ। ਤੇ ਇੱਕ ਛੋਟਾ ਇਲਾਕਾ ਵੀ ਜਿੱਥੇ ਸੀ ਥੋੜ੍ਹੀ ਮੋਟੀ ਹਿੰਦੀ ਬੋਲਦੇ ਸੀਗੇ, ਉਹਨਾਂ ਨੂੰ ਵੀ ਉਹ ਦੂਜੇ ਹਰਿਆਣਾ ਇਲਾਕੇ 'ਚ ਜਮ੍ਹਾਂ ਕਰਾਤਾ ਜਾਂ ਹਿਮਾਚਲ 'ਚ ਦੇ ਦਿੱਤਾ ਗਿਆ। ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਇੱਕ ਦਿਲ 'ਚ ਉਬਾਲ ਜ਼ਰੂਰ ਸੀਗਾ। ਤਾਂ ਇਹਨਾਂ ਨੇ ਉਹਨਾਂ ਨੇ ਇੱਕ ਅਕਾਲੀ ਜ਼ਿਆਦਾ ਪਾਵਰ ਦੇ ਵਿੱਚ ਸੀਗੇ, ਤੇ ਉਹਨਾਂ ਨੇ ਇਕੱਠੇ ਹੋ ਕੇ ਜੋ ਹੈ ਸਾਰਾ ਮਤਾ ਬਣਾਇਆ ਕਿ ਸਾਨੂੰ ਇੱਕ ਮੋਰਚਾ ਲਾਉਣਾ ਪਏਗਾ, ਯੁੱਧ ਤਾਂ ਅਸੀਂ ਨਹੀਂ ਕਰਨਾ, ਲੇਕਿਨ ਸਾਨੂੰ ਜੋ ਹੈ ਗੱਲਬਾਤ ਦੇ ਜ਼ਰੀਏ ਗੱਲ ਸੁਲਝਾਉਣੀ ਚਾਹੀਦੀ ਹੈ, ਜਿਹਦੇ 'ਚ ਬਾਦਲ ਸੀ, ਸੁਰਜੀਤ ਸਿੰਘ ਬਰਨਾਲਾ ਸੀ, ਸੰਤ ਲੌਂਗੋਵਾਲ ਸੀ, ਤੇ ਪਿੱਛੋਂ ਬਾਅਦ ਵਿੱਚ ਸੰਤ ਦੂਸਰਾ ਆਪਣੇ ਪੰਤ ਭਿੰਡਰਾਂਵਾਲਾ ਵੀ ਆ ਗਏ ਵਿੱਚ ਸਾਰੇ। ਤੇ ਉਹ ਸਾਰਿਆਂ ਨੇ ਇਹ ਮਤਾ ਬਣਾਇਆ ਕਿ ਰਲ ਕੇ ਇੱਕ ਅਸੀਂ ਮੋਰਚਾ ਲਾਈਏ, ਜਿਹਦੇ ਨਾਲ ਕਾਂਗਰਸ ਦੀ ਗੱਲਬਾਤ ਵੀ ਹੋਈ, 3-4 ਗੱਲਾਂ ਦੀ ਮੀਟਿੰਗਾਂ ਜਿਹੜੀਆਂ ਸੀ ਉਸ ਵਿੱਚ ਦਰਬਾਰ ਸਿੰਘ ਦੀ ਗਵਰਨਮੈਂਟ ਸੀ ਉਹ ਤਾਂ ਹਟਾ ਦਿੱਤੀ ਗਈ, ਕਿਉਂਕਿ ਉਹ ਜੋ ਲਾਅ ਐਂਡ ਆਰਡਰ ਕੰਟਰੋਲ ਕਰਨ ਦੇ ਕਾਬਿਲ ਨਹੀਂ ਸੀ। ਤਾਂ ਇੰਦਰਾ ਗਾਂਧੀ ਦੇ ਨਾਲ ਤੇ ਖਾਸ ਕਰਕੇ ਜੋ ਉਸਦੇ ਖਾਸ ਕਰਕੇ ਕਲੋਜ਼ ਸੀ ਗਾਂਧੀ ਪਰਿਵਾਰ 'ਚੋਂ ਹੀ ਸੀ ਜ਼ਿਆਦਾ, ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ, ਲੇਕਿਨ ਗੱਲਬਾਤ ਕੋਈ ਵੀ ਸਿਰੇ ਨਹੀਂ ਚੜੀ। ਜਿਵੇਂ ਰਾਜੀਵ ਗਾਂਧੀ ਮੋਹਰੀ ਸੀਗਾ, ਲੇਕਿਨ ਜਦ ਇਹਨਾਂ ਨੂੰ ਲੱਗਿਆ ਕਿ ਇਹ ਸਾਡੇ ਵੱਸ 'ਚ ਨਹੀਂ ਆਉਣਾ, ਤੇ ਇੰਦਰਾ ਗਾਂਧੀ ਨੇ ਇਹ ਪਲਾਨ ਬਣਾ ਲਈ ਕਿ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ। ਤਾਂ ਉਸਨੇ ਪਹਿਲਾਂ ਤਾਂ ਬਿਆਨ ਦਿੱਤਾ ਸੀਗਾ, ਦੇਖੋ 3 ਜੂਨ ਜਿਹੜਾ ਸੀਗਾ ਇਹ ਤਰੀਕ ਸੀ, ਇਹ ਬੜਾ ਮਹੱਤਵਪੂਰਨ ਹੈ ਸਿੱਖਾਂ ਲਈ, ਕਿਉਂਕਿ ਸਿੱਖਾਂ ਦੇ ਜੋ 5ਵੇਂ ਗੁਰੂ ਅਰਜਨ ਦੇਵ ਜੀ ਅੱਜ ਦਾ ਦਿਨ ਹੈ, ਜੋ ਇਸ ਦਿਨ ਸ਼ਹੀਦੀ ਪਾਈ ਸੀ ਲਾਹੌਰ ਦੇ ਵਿੱਚ, ਤੇ ਉਸ ਦਿਨ ਹਰਿਮੰਦਰ ਸਾਹਿਬ ਦੇ ਵਿੱਚ ਬਹੁਤ ਸੰਗਤ ਇਕੱਠੀ ਹੋਈ ਸੀ। ਤੇ ਇਹਨਾਂ ਨੇ ਉਹ ਦਿਨ ਚੜਿਆ ਕਿ ਅਸੀਂ ਖਾਸ ਕਰਕੇ, ਕਿਉਂ ਪਹਿਲਾਂ ਭਿੰਡਰਾਂਵਾਲਾ ਜਿਹੜਾ ਸੀ ਉਹ ਤੇ ਸਾਰਾ ਦੋਸ਼ ਮੜ ਰਹੇ ਸੀ ਕਿ ਉਹ ਕਹਿ ਰਹੇ ਸੀ ਕਿ ਆਤੰਕ ਫੈਲਾ ਰਹੇ ਨੇ, ਇਹ ਕਰ ਰਹੇ, ਜਾ ਕੇ ਭਿੰਡਰਾਂਵਾਲਾ ਕਹਿ ਰਿਹਾ ਸੀ ਮੈਂ ਕਦੇ ਕੋਈ ਵੀ ਕਿਸੇ ਨਾਤੇ ਜੋ ਨਿਹੱਥੇ ਜਾਂ ਨਿਰਦੋਸ਼ੀ ਨੂੰ ਨਹੀਂ ਨੁਕਸਾਨ ਪਹੁੰਚਾਇਆ ਮੈਨੂੰ, ਔਰ ਨਾ ਹੀ ਮੈਂ ਤਾਂ ਕਹਿੰਦਾ, ਉਹ ਇਹੀ ਕਹਿੰਦੇ ਮੈਂ ਤਾਂ ਖਾਲਿਸਤਾਨ ਦੀ ਮੰਗ ਹੀ ਨਹੀਂ ਕੀਤੀ, ਮੇਰੇ ਤੇ ਲਾਨ ਲਈ ਜਾਂਦੇ ਮੈਂ ਖਾਲਿਸਤਾਨ ਦੀ ਮੰਗ ਕੀਤੀ ਹੈ, ਹਾਂ ਜੇ ਦੇਣਗੇ ਤਾਂ ਮੈਂ ਲੈ ਲਾਂਗਾ। ਇਹ ਅਸਲੀ ਸਥਿਤੀ ਸੀ ਉਦੋਂ, ਲੇਕਿਨ ਜ਼ਬਰਦਸਤੀ ਉਹਦੇ ਉੱਤੇ ਇਹ ਵੀ ਦੋਸ਼ ਲਾ ਰਹੇ ਸੀ ਕਿ ਖਾਲਿਸਤਾਨੀ ਹੈ, ਖਾਲਿਸਤਾਨ ਮੰਗਦਾ ਹੈ, ਹਿੰਦੁਸਤਾਨ ਤੋਂ ਅੱਡ ਹੋਣਾ ਚਾਹੁੰਦਾ, ਤੇ ਉਹਦੇ ਉੱਤੇ ਉਹਨਾਂ ਦਾ ਇਹ ਇਰਾਦਾ ਸੀ ਕਿ ਇਹਨੂੰ ਖਤਮ ਕੀਤਾ ਜਾਵੇ ਔਰ ਆਪਣੇ ਆਪ ਨੂੰ ਦਿਖਾਇਆ ਜਾਵੇ ਕਿ ਅਸੀਂ ਸਾਰਾ ਹਿੰਦੁਸਤਾਨ ਨੂੰ ਜੋ ਹੈ ਇਕੱਠਾ ਕਰਨਾ ਚਾਹੁੰਦੇ ਹਾਂ, ਔਰ ਜੇ ਸਿੱਖ ਹੈ ਅੱਡ ਹੋਣਾ ਚਾਹੁੰਦੇ ਆ। ਇਹ ਜ਼ਿਆਦਾ ਪ੍ਰਚਾਰ ਹੋ ਰਿਹਾ ਸੀ ਉਹਨੇ ਦਿਨੀ, ਅਸੀਂ ਕੋਈ ਸੁਣਦੇ ਸੀ ਰੋਜ਼ ਟੀਵੀ ਦੇ ਉੱਤੇ ਇਹੀ ਕੋਈ ਚੱਲਦਾ ਸੀ। ਤੇ ਫਿਰ ਇਹਨਾਂ ਨੇ ਪਲਾਨ ਕਰਕੇ, ਇਹ ਵੈਰੀ ਵੈਲ ਪਲਾਨ ਅਟੈਕ ਜੋ ਹੈ, ਫਾਇਰਿੰਗ ਜੋ ਪਹਿਲਾਂ ਤਾਂ BSF ਬਾਰਡਰ ਉਹਨਾਂ ਦੇ ਹਰਿਮੰਦਰ ਸਾਹਿਬ ਦੇ ਇਰਦ ਗਿਰਦ ਲੱਗੀ ਰਹੀ, ਉਹ ਫਾਇਰਿੰਗ ਕਰਦੀ ਗਈ। 1 ਤਰੀਕ ਨੂੰ ਸਿੰਘ ਮਾਰੇ ਗਏ, 3 ਤਰੀਕ ਨੂੰ ਫਿਰ ਮਾਰੇ ਗਏ। ਫਿਰ ਇਹਨਾਂ ਨੇ ਫੌਜ ਭੇਜ ਦਿੱਤੀ ਜੋ 4 ਤਰੀਕ ਨੂੰ ਹਰਿਮੰਦਰ ਸਾਹਿਬ ਦੇ ਇਰਦ ਗਿਰਦ ਘੇਰਾ ਪਾ ਕੇ ਇੱਕ ਹਮਲੇ ਦੇ ਤੌਰ ਦੇ ਉੱਤੇ ਉਹਨਾਂ ਨੇ ਕੰਮ ਸ਼ੁਰੂ ਕੀਤਾ, ਟੈਂਕਾਂ ਦੇ ਨਾਲ, ਤੋਪਾਂ ਦੇ ਨਾਲ। ਸਭ ਤੋਂ ਪਹਿਲਾਂ 3.7 ਇੰਚ ਮੋਟਰ ਜਿਹੜੇ ਚਲਾਈ ਹੈ ਉਹਨਾਂ ਨੇ, ਉਹ ਜੋ ਸਰਾਏ ਦੇ ਉੱਤੇ ਟੈਂਕੀ ਹੈ ਵੱਡੀ ਸਾਰੀ, ਉਹਨੇ ਗੋਲਿਆਂ ਦੇ ਨਾਲ ਉਡਾਇਆ। ਤੇ ਉਸ ਤੋਂ ਬਾਅਦ ਤੋਪਾਂ ਦੇ ਜੋ ਫਾਇਰਿੰਗ ਹੁੰਦੇ ਰਹੇ ਪੈਰੀਫੈਰੀ ਦੇ ਉੱਤੇ ਸਾਰਾ। ਤਾਂ ਉਸ ਤੋਂ ਬਾਅਦ ਇਹਨਾਂ ਨੇ ਫਿਰ ਟੈਂਕ ਲਿਆਂਦੇ, ਟੈਂਕ ਤਾਂ ਦੂਜੇ ਦਿਨ ਲਿਆਂਦੇ ਸੀ। 4 ਤਰੀਕ ਨੂੰ ਫਾਇਰਿੰਗ ਹੋਈ, 4 ਤਰੀਕ ਦੇ ਵਿੱਚ ਸਿੰਘ ਮਾਰੇ ਗਏ ਸੀ। ਟੌੜਾ ਨੇ ਚਿੱਠੀ ਵੀ ਲਿਖੀ ਸੀ ਇੰਦਰਾ ਗਾਂਧੀ ਨੂੰ ਕਿ ਤੁਸੀਂ ਕਿਉਂ ਲੋਕਾਂ ਨੂੰ ਮਰਵਾ ਰਹੇ ਹੋ। ਫਿਰ ਉਹਨਾਂ ਨੇ ਪੂਰਾ ਹਮਲਾ, ਪੂਰੀ ਐਕਚੁਅਲੀ ਜੇ ਕਹੀਏ
ਸਾਰੇ ਪੰਜਾਬ ਦੇ ਵਿੱਚ ਕਰਫਿਊ ਲਾਤਾ। 2 ਕੋਰ ਲੱਗੀਆਂ ਪੰਜਾਬ 'ਚ ਪੂਰੀਆਂ। ਅੱਛਾ। 36 ਹਮਲੇ 36 ਗੁਰਦੁਆਰਿਆਂ ਦੇ ਉੱਤੇ ਹਮਲੇ ਹੋਏ ਉਦੋਂ। ਔਰ ਸਾਰੇ ਇਹਨਾਂ ਦੇ 'ਚੋਂ 4 ਜੋ ਮੈਂ ਉਦੋਂ ਦੇਖੇ ਨੇ। 8 ਤਰੀਕ ਨੂੰ ਮੈਂ ਹਰਿਮੰਦਰ ਸਾਹਿਬ ਗਿਆ ਸੀ, ਲੇਕਿਨ 1-2 ਦਿਨਾਂ ਦੇ ਅੰਦਰ ਅੰਦਰ ਮੈਂ ਪਹਿਲਾਂ ਪਟਿਆਲਾ ਵੀ ਦੇਖਿਆ, ਮੈਂ ਮੁਕਤਸਰ ਵੀ ਦੇਖਿਆ, ਅਨੰਦਪੁਰ ਸਾਹਿਬ ਵੀ ਦੇਖਿਆ, ਮੋਗਾ ਵੀ ਦੇਖਿਆ। ਇੱਥੇ ਜਿਹੜੀਆਂ ਡੈਥਸ ਹੋਈਆਂ ਸੀ ਉਹਦਾ ਕੋਈ ਲੋਕਾਂ ਨੂੰ ਜ਼ਿਆਦਾ ਪਤਾ ਨਹੀਂ ਸੀਗਾ, ਕਿਉਂਕਿ ਮੈਂ ਜਦ ਦੇਖਿਆ, ਗਿਣਿਆ, ਫੋਟੋ ਲਈਆਂ, ਵੀਡੀਓ ਲਈਆਂ, ਮੈਂ ਹੈਰਾਨ ਰਹਿ ਗਿਆ ਕਿ ਦੇਖੋ ਇੰਨੇ ਗੁਰਦੁਆਰਿਆਂ 'ਤੇ ਹਮਲੇ ਹੋਏ ਨੇ। ਅਗਰ ਭਿੰਡਰਾਂਵਾਲਾ ਸੀ ਹਰਿਮੰਦਰ ਸਾਹਿਬ ਦੇ ਵਿੱਚ, ਉਹਨੂੰ ਇਕੱਲੇ ਨੂੰ ਖਤਮ ਕਰਨ ਲਈ ਪੂਰੇ ਪੰਜਾਬ ਦੇ ਉੱਤੇ ਕਿਉਂ ਕਰਫਿਊ ਲਾਇਆ? ਪੰਜਾਬ ਦਾ ਕੀ ਬੁਰੀ ਹਾਲਤ ਕੀਤੀ ਹੈ ਉੱਥੇ। ਜੋ ਕੁਛ ਲੋਕ ਜਦ ਉਹਨਾਂ ਨੂੰ ਪਤਾ ਲੱਗਿਆ ਕਿ ਹਰਿਮੰਦਰ ਸਾਹਿਬ 'ਤੇ ਹਮਲਾ ਹੋ ਰਿਹਾ ਹੈ, ਫੌਜੀ ਜਿਹੜੇ ਸੀ ਉਹ ਵੀ ਛੱਡ ਕੇ ਭੱਜੇ ਆਏ, ਫੌਜਾਂ ਜਾ ਕੇ ਆਏ, ਉਹਨਾਂ ਨੂੰ ਵੀ ਮਾਰਿਆ ਗਿਆ। ਅੱਛਾ। ਹਾਂ, ਜਿਹੜੇ ਉਹਦੀ ਛਾਉਣੀ ਤੋਂ ਭੱਜੇ ਸੀ ਬਿਹਾਰ ਦੇ ਏਰੀਆ ਦੇ, ਰਾਂਚੀ ਦੇ ਏਰੀਆ 'ਚ। ਅੱਛਾ, ਮਤਲਬ ਜਿਹੜੇ ਸਿੱਖ ਫੌਜਾਂ ਤੋਂ ਆਪਣੀ ਡਿਊਟੀਆਂ ਛੱਡ ਕੇ ਆ ਰਹੇ ਸੀ, ਉਹਨਾਂ ਨੂੰ ਵੀ ਮਾਰਿਆ ਗਿਆ। ਉਹਨਾਂ ਦੇ ਘੇਰਿਆ ਗਿਆ, ਮਾਰਿਆ ਗਿਆ, ਔਰ ਕਈਆਂ ਨੂੰ ਬਹੁਤ ਬੰਦ ਵੀ ਕੀਤਾ ਗਿਆ, ਤਸੀਹੇ ਵੀ ਦਿੱਤੇ, ਕਾਫੀ ਕੁਛ ਹੋਇਆ ਇਹਨਾਂ ਨਾਲ। ਅਤੇ ਉਹਦਾ ਗਵਾਹ ਖਰੋ ਤੱਕ ਗੱਲ ਅਲੱਗ ਹੈ। ਗੱਲ ਹੁਣ ਇੱਥੇ ਆਉਂਦੀ ਹੈ। ਇੱਥੇ ਪਿੰਡਾਂ ਦੇ ਪਿੰਡ 'ਚ ਨਿਕਲ ਗਏ ਸੀਗੇ, ਨਿਕਲ ਕੇ ਆ ਗਏ ਸੀ, ਇਹਨਾਂ ਟੈਂਕ ਲਾ ਦਿੱਤੇ ਸੀ। ਉੱਥੇ ਵੀ ਬਾਹਰ ਵੀ ਫਾਇਰਿੰਗ ਹੋਈ ਹੈ ਅਤੇ ਉੱਥੇ ਵੀ ਨੁਕਸਾਨ ਹੋਇਆ। ਔਰ ਉਸ ਤੋਂ ਬਾਅਦ ਫਿਰ ਹਰਿਮੰਦਰ ਸਾਹਿਬ ਦੇ ਵਿੱਚ ਜਦ ਅਟੈਕ ਕੀਤਾ ਇਹਨਾਂ ਨੇ, ਇਹ ਹੋਈ ਹੈ ਗੱਲ 5 ਤਰੀਕ ਦੀ ਰਾਤ ਨੂੰ। ਪਹਿਲਾਂ ਤਾਂ ਇਨਫੈਂਟਰੀ ਬਟਾਲੀਅਨ ਜੀ ਹੈ, ਬ੍ਰਿਗੇਡ ਪੂਰੀ ਜਿਹੜੀ ਸੀਗੀ 9 ਇਨਫੈਂਟਰੀ ਡਿਵੀਜ਼ਨ ਮੇਰਠ ਵਾਲੀ, ਅੱਛਾ ਜੀ, ਉਹ ਪੂਰੀ ਲਾਈ ਹੋਈ ਸੀ। ਬਰਾੜ ਸੀ ਉਹਦਾ, ਜਨਰਲ ਬਰਾੜ GOC ਜੀ। ਉਹਦੇ ਨਾਲ ਉਹਦਾ 2IC ਸੀਗਾ ਬ੍ਰਿਗੇਡ ਕਮਾਂਡਰ, ਉਹ ਸੀਗਾ ਅੰਮ੍ਰਿਤਸਰ ਵਾਲੀ ਡਿਵੀਜ਼ਨ ਦਾ। ਅੱਛਾ ਜੀ। ਇਹ ਜਿਹੜਾ ਅੰਮ੍ਰਿਤਸਰ ਵਾਲੀ ਡਿਵੀਜ਼ਨ ਵਾਲੇ ਸੀਗੇ, ਇਹ ਸਰਾਂ ਵਾਲੇ ਪਾਸਿਓਂ ਤੋਂ ਪਰਲੇ ਪਾਸਿਓਂ ਆਏ ਸੀਗੇ। ਬਰਾੜ ਨੇ ਇੱਧਰੋਂ, ਜਦੋਂ ਅਸੀਂ ਜਾਂਦੇ ਹਾਂ ਮੇਨ ਮੁੱਖ ਦੁਆਰ, ਇੱਧਰ ਇਹਦਾ ਬਰਾੜ ਦਾ ਸਾਰਾ ਸੀਗਾ। ਅੱਛਾ ਜੀ। ਉਹਦੀ ਡਿਵੀਜ਼ਨ ਦਾ ਅਟੈਕ ਦਾ ਹਮਲਾ ਚੱਲਦਾ ਰਿਹਾ ਸੀਗਾ। ਡੋਗਰਾ ਸੀਗੇ, ਦੂਜੇ ਟਰੁੱਪ ਸੀਗੇ, ਅਤੇ ਉਹ ਸਕਸੈਸਫੁਲ ਨਹੀਂ ਹੋਏ। 5 ਤਰੀਕ ਨੂੰ ਸਕਸੈਸਫੁਲ ਨਹੀਂ ਹੋਏ, 6 ਤਰੀਕ ਨੂੰ ਨਹੀਂ ਹੋਇਆ। 6 ਤਰੀਕ ਨੂੰ ਫਿਰ ਤੜਕਿਓਂ ਫਿਰ ਇਹਨਾਂ ਨੇ ਸਵੇਰੇ ਨਹੀਂ 7 ਤਰੀਕ ਨੂੰ ਸਵੇਰੇ ਇਹਨਾਂ ਨੇ ਟੈਂਕਾਂ ਦੀ ਪਹਿਲਾਂ ਤਾਂ ਲਾਈਟਾਂ ਲੂਟਾਂ ਸੁੱਟਦੇ ਰਹੇ, ਗੋਲੀਆਂ ਚਲਾਉਂਦੇ ਰਹੇ, ਹਰਿਮੰਦਰ ਸਾਹਿਬ 'ਤੇ ਵੀ ਚੱਲੀਆਂ। ਫਿਰ ਇਹਨਾਂ ਨੇ ਅਕਾਲ ਤਖ਼ਤ ਦੇ ਉੱਤੇ ਗੋਲਾਬਾਰੀ ਕੀਤੀ। ਔਰ ਜਿਹੜੀ, ਜੇ ਤੁਸੀਂ ਦੇਖਦੇ ਹੋ ਨਾ, ਸਰਾਂ ਵਾਲੇ ਪਾਸੇ 'ਚੋਂ ਜਾਂਦੇ ਆ, ਉੱਥੋਂ ਉੱਤਰ ਕੇ ਉੱਥੇ ਟੈਂਕ ਖੜ੍ਹੇ ਸੀਗੇ, 5 ਟੈਂਕ ਇੱਕ ਲਾਈਨ ਸੀਗੇ, ਉੱਥੋਂ ਡਾਇਰੈਕਟਲੀ ਫਾਇਰ ਕਰ ਰਹੇ ਸੀਗੇ ਹਰਿਮੰਦਰ ਦੂਜੇ ਦੇ ਉੱਤੇ, ਅਕਾਲ ਤਖ਼ਤ ਦੇ ਉੱਤੇ। ਜਿਹਦੇ ਵਿਚਾਲੇ ਆਉਂਦਾ ਸੀ ਆਪਣਾ ਡਿਊੜੀ, ਉਹਦੇ ਵਿੱਚ ਦੀ ਗੋਲੇ ਗਏ ਹੋਏ ਸੀ। ਅਤੇ ਪੂਰਾ ਅਕਾਲ ਤਖ਼ਤ ਜੋ ਹੈ ਨਾ, ਜਿਵੇਂ ਇੱਕ ਉਜੜਿਆ ਹੋਇਆ, ਉਜਾੜਿਆ ਹੋਇਆ ਪੂਰਾ ਇਹੋ ਜਿਹਾ ਬਣਿਆ ਸੀ, ਬਸ ਢਾਂਚਾ ਜਿਹਾ ਖੜ੍ਹਾ ਸੀਗਾ। ਬਹੁਤ ਬੁਰੀ ਤਰ੍ਹਾਂ ਮਤਲਬ ਉਹਨਾਂ ਨੇ ਗੋਲੇ ਮਾਰ ਕੇ ਸਾਰਿਆਂ ਨੂੰ ਤਬਾਹ ਕੀਤਾ ਸੀ। ਔਰ ਸੰਤ ਭਿੰਡਰਾਂ ਵਾਲੇ ਅਖੀਰ ਤੱਕ ਲੜਦੇ ਰਹੇ ਵਿੱਚੋਂ, ਫਿਰ ਬਾਹਰ ਆਏ ਤਾਂ ਉਹਨਾਂ ਦੀ ਡੈਥ ਜੋ ਹੈ, ਉਹ ਜਿੱਥੇ 2 ਨਿਸ਼ਾਨ ਲੱਗੇ ਹੋਏ ਨੇ, ਉਸ ਥਾਂ ਦੇ ਉੱਤੇ ਉਹਨਾਂ ਦੀ ਅਤੇ 2-3-4 ਸਿੰਘਾਂ ਦੀ ਉੱਥੇ ਡੈਥ ਹੋਈ ਸੀ। ਅਤੇ ਅੰਦਰ ਵੀ ਰਾਗੀ ਸਿੰਘਾਂ ਕੀਰਤਨੀਏ ਸਿੰਘ ਸੀ ਜਿਹੜੇ, ਉਹ ਜਿੰਨੇ 4-5 ਬੈਠੇ ਸੀ, ਉਹ ਵੀ ਜ਼ਖਮੀ ਹੋਏ। ਪਲੱਸ ਜੋ ਪਾਠ ਕਰ ਰਿਹਾ ਸੀ, ਪਾਠੀ ਸੀਗਾ ਮੇਨ, ਜਿੱਥੇ ਆਪਾਂ ਦੇਖਦੇ ਹਾਂ ਰੋਜ਼ ਹੀ, ਉਹਦੇ 20 ਗੋਲੀਆਂ ਲੱਗੀਆਂ ਸੀਗੀਆਂ, ਅਤੇ ਉਹ ਉੱਥੇ ਹੀ ਮਰ ਗਿਆ ਸੀ। ਅਤੇ ਉਹਦੇ ਖੂਨ ਦੇ ਨਿਸ਼ਾਨ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸੀ, ਮੈਂ ਖੁਦ ਦੇਖੇ। ਅਤੇ ਹਰਿਮੰਦਰ ਸਾਹਿਬ ਦੇ ਤਕਰੀਬਨ 300 ਗੋਲੀਆਂ ਲੱਗੀਆਂ, ਮੈਂ ਖੁਦ ਗਿਣੀਆਂ ਉਦੋਂ। ਮੈਂ 8 ਤਰੀਕ ਨੂੰ ਗਿਆ। ਜਦੋਂ ਤੁਸੀਂ ਗਏ ਸੀ, ਉਦੋਂ ਕਿੱਦਾਂ ਦਾ ਮੰਜ਼ਰ ਲੱਗ ਰਿਹਾ ਸੀਗਾ? ਦਿਲ ਨੂੰ ਕੀ ਮਹਿਸੂਸ ਹੋ ਰਿਹਾ ਸੀ? ਉਹ ਗੱਲ ਹੀ ਨਾ ਕਰ, ਮੇਰੇ ਤਾਂ ਗੱਲ ਕਰਕੇ ਰੋਣ ਹੀ ਆਉਂਦਾ ਇੱਕ ਕਿਸਮ ਦਾ। ਇਟ ਵਾਸ ਟੂ ਮੱਚ। ਮਤਲਬ ਅੱਜ ਵੀ ਜ਼ਖਮ ਉਹ ਹਰੇ ਨੇ ਸਾਰੇ? ਹੋ ਕੇ ਨਹੀਂ। ਮਤਲਬ ਅੱਜ ਵੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਤਾਂ ਤੁਹਾਡੀਆਂ ਅੱਖਾਂ ਵੀ ਜਿਵੇਂ ਭਰ ਆਈਆਂ। ਮਤਲਬ ਅੱਜ ਵੀ ਉਹ ਜਿਹੜੀ ਚੀਜ਼ ਹੈ ਉਹ ਦਿਲ ਦੇ ਵਿੱਚ ਉਸੇ ਤਰ੍ਹਾਂ ਹੀ ਹੈ। ਮੈਂ ਦੱਸੋ, ਸਿੱਖ ਛੋਟਾ ਘੱਲੂਘਾਰਾ ਭੁੱਲਿਆ, ਵੱਡਾ ਘੱਲੂਘਾਰਾ ਭੁੱਲਿਆ? ਨਹੀਂ ਭੁੱਲੇ ਨਾ। ਇਹ ਤਾਂ ਅੱਖੀ ਦੇਖਿਆ ਸੀ ਸਾਰਾ ਕੁਛ।
ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਲੋਕ ਜਿਸ ਤਰ੍ਹਾਂ ਉਸ ਚੀਜ਼ਾਂ ਨੂੰ ਭੁੱਲੀ ਵੀ ਜਾਂਦੇ ਨੇ ਜਾਂ ਉਸ ਚੀਜ਼ਾਂ ਤੇ ਰਾਜਨੀਤੀ ਵੀ ਹੁੰਦੀ ਹੈ? ਕੋਈ ਨਹੀਂ ਭੁੱਲਦਾ। ਜਿਹੜੇ ਅਸਲੀ ਸਿੱਖ ਹੈ ਨਾ, ਜਿਹਨੇ ਦੇਖ ਲਿਆ ਨਾ, ਉਹ ਭੁਲਾ ਹੀ ਨਹੀਂ ਸਕਦਾ। ਮੈਂ ਹੁਣ ਪਟਿਆਲਾ ਦੇਖਿਆ ਸਾਰਾ, ਖੂਨਾਂ ਲਿਬੜੀਆਂ ਦੀਵਾਰਾਂ ਦੇਖੀਆਂ ਮੈਂ ਸਾਰੀਆਂ, ਮੁਕਤਸਰ ਦੇਖਿਆ ਸਾਰਾ, ਜਿਹੜਾ ਗੁਰਦੁਆਰਾ ਦੇਖਿਆ, ਮੈਂ ਕਿਵੇਂ ਭੁੱਲ ਜਾਵਾਂ? ਜਿਹੜੀਆਂ ਅੱਖਾਂ ਚੀਜ਼ਾਂ ਦੇਖੀਆਂ ਨੇ ਔਰ ਬਿਨਾਂ ਰੀਜ਼ਨ ਕੀਤਾ ਹੈ। ਕੋਈ ਇਹੋ ਜਿਹੀ ਗੱਲ ਨਹੀਂ ਸੀ। ਜੇ ਬੰਦਾ ਇੱਕ ਫੜਨਾ ਸੀਗਾ ਪਿੰਡਰਾਂ ਵਾਲਾ ਜਾਂ 200-300 ਬੰਦੇ ਉਹਦੇ ਨਾਲ ਸੀਗੇ, ਉਹ ਤਾਂ ਮਤਲਬ 400 ਕਹਿੰਦੇ ਨੇ ਲੋਕਲ, ਜੇ 400 ਹੈ ਵੀ ਸੀਗੇ, ਉਹਨਾਂ ਹੋਰ ਬਹੁਤ ਤਰੀਕੇ ਸੀ ਇਹਨੂੰ ਕੱਢਣ ਦੇ। ਲੇਕਿਨ ਇਹ ਪੈਰਾਟਰੂਪਰ ਵੀ ਸੀਗੇ, ਪੈਰਾਟਰੂਪਰ ਨਹੀਂ ਕਰ ਸਕੇ ਉਹਨਾਂ ਨੇ। ਦੇ ਹੈਵਨਟ ਅਡਾਪਟਡ ਦਾ ਪ੍ਰੋਪਰ ਮੀਨਸ, ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੇ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ। ਔਰ ਸਭ ਤੋਂ ਗੰਦਾ ਰਸਤਾ ਜੋ ਹੈ ਉਹ ਅਡਾਪਟ ਕੀਤਾ ਕਿ ਤਬਾਹੀ ਕਰਦੇ ਹੋ, ਉਜਾੜ ਹੀ ਦਿਓ। ਇਹ ਭੁੱਲ ਗਏ ਕਿ ਸਿੱਖਾਂ ਦਾ ਤਾਂ ਦਿਲ ਹੈ ਇੱਥੇ ਰੱਖਿਆ ਹੋਇਆ, ਔਰ ਤੁਸੀਂ ਕਿਤੇ ਵੀ ਨੁਕਸਾਨ ਕਰਦੇ ਹੋ, ਖਾਸ ਕਰਕੇ ਜੇ ਦਿਲ ਨੂੰ ਚੋਟ ਲੱਗਦੀ ਹੈ, ਬੰਦੇ ਦੇ ਸਰੀਰ ਤੇ ਹੋ ਜੇ ਕੋਈ ਭੁੱਲ ਜਾਂਦਾ, ਲੇਕਿਨ ਜੇ ਦਿਲ ਤੇ ਚੋਟ ਲੱਗਦੀ ਹੈ ਕਦੇ ਨਹੀਂ ਭੁੱਲਦਾ। ਇਸ ਹਮਲੇ ਦਾ ਕਾਰਨ ਸਭ ਤੋਂ ਵੱਡਾ ਕਿਸ ਨੂੰ ਮੰਨਦੇ ਹੋ? ਸਭ ਤੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਾਰਨ ਨੇ ਕਿ ਕੋਈ ਹੋਰ ਕਾਰਨ ਨੇ ਉਸ ਦੇ ਪਿੱਛੇ? ਬੇਸਿਕਲੀ ਇੰਦਰਾ ਗਾਂਧੀ ਨੇ ਇਹ ਜੋ ਕੀਤਾ ਹੈ, ਉਹਦੇ ਜੋ 4-5 ਸਲਾਹਕਾਰ ਸੀਗੇ, ਪਲੱਸ ਜੋ ਇੰਟੈਲੀਜੈਂਸ ਵਾਲਾ ਕਾਓ ਸੀ, ਇਹਨਾਂ ਨੇ ਸਾਰਿਆਂ ਨੂੰ ਪ੍ਰੋਬਲਮ ਕੀਤਾ। ਕਿਉਂ ਜੋ ਹਥਿਆਰ ਵੀ ਬਾਅਦ 'ਚ ਦਿਖਾਏ ਗਏ ਨੇ ਨਾ, ਉਹ ਸਾਰੇ ਕਾਓ ਨੇ ਬਾਅਦ 'ਚ ਰਾਜਸਥਾਨ ਵੱਲੋਂ ਮੰਗਵਾ ਕੇ ਇੱਥੇ ਰਖਵਾਏ ਸੀ ਸਾਰੇ। ਅੱਛਾ। ਉਹਦੇ ਮੈਂ ਤਾਂ ਖੁਦ ਜਾ ਕੇ ਉਹ ਜਿਹੜੇ ਜਿੱਥੇ ਕਹਿੰਦੇ ਸੀ ਉੱਪਰ ਮਸ਼ੀਨ ਗੰਨਾਂ ਲੱਗੀਆਂ ਹੋਈਆਂ, ਜਾ ਕੇ ਦੇਖੇ ਗਰਾਰੀਆਂ ਪਈਆਂ ਸੀਗੀਆਂ। ਉਹ ਜੋ ਵੱਡੇ ਵੱਡੇ ਗੁੰਬਦ ਹੈ ਨਾ, ਗੁੰਗੇ, ਉਹਨਾਂ ਦੇ ਮੈਂ ਜਾ ਕੇ ਖੁਦ ਦੇਖਿਆ, ਕੁਛ ਨਹੀਂ ਸੀ ਉੱਥੇ। ਨਾਲੇ ਮੈਂ ਵਰਦੀ ਸੀ, ਮੈਂ ਸਭ ਕੁਝ ਚੈੱਕ ਕੀਤਾ ਖੁਦ ਜਾ ਕੇ। ਤੋ ਇਹ ਇੰਨਾ ਜ਼ਿਆਦਾ ਝੂਠ ਬਕਵਾਸ ਸਿਰਫ ਇਸ ਕਰਕੇ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਇਹਨਾਂ ਨੂੰ। ਅਸੀਂ ਇਹ ਜੋ ਹੈ ਦੇਣਾ ਤਾਂ ਕੀ ਹੈ, ਇਹਨਾਂ ਤੋਂ ਹੋਰ ਕੋਈ ਬਣ ਹੀ ਨਹੀਂ ਦੇਣਾ ਇਹਨਾਂ ਦਾ। ਦਿਸ ਇਜ਼ ਵਾਟ ਹੈਜ਼ ਹੈਪਨਡ। ਐਂਡ ਦੇਖੋ, ਸਭ ਤੋਂ ਜ਼ਿਆਦਾ ਸਿੱਖ ਫੌਜ ਦੇ ਵਿੱਚ ਸੀ, ਕੰਮ ਕਰਦੇ ਸੀ, 20% ਹੁੰਦੇ ਸੀ, ਉਹਨਾਂ ਨੂੰ ਘਟਾ ਦਿੱਤਾ ਗਿਆ ਬਾਅਦ 'ਚ ਜੀ। ਹਾਂ, ਸਭ ਤੋਂ ਜ਼ਿਆਦਾ ਬਹਾਦਰੀਆਂ ਜੋ ਹੈ ਸਿੱਖਾਂ ਨੇ ਲੜੀਆਂ ਕੀਤੀਆਂ। ਬਿਲਕੁਲ, ਦੇਸ਼ ਲਈ ਲੜਨ ਨੂੰ ਹਮੇਸ਼ਾ ਤਿਆਰ ਰਹਿੰਦੇ ਨੇ। ਦੇਸ਼ ਦੇ ਤਾਂ ਅਗੇਂਸਟ ਕਦੇ ਹੋ ਹੀ ਨਹੀਂ ਸਕਦੇ, ਕਿਉਂਕਿ ਇੱਥੋਂ ਦੇ ਜੰਪ ਵਾਲਾ ਸਭ ਕੁਝ ਕਰ ਰਿਹਾ। ਔਰ ਖਾਸ ਕਰਕੇ ਅਗਰ ਕਰੀਏ ਤਾਂ ਪੰਜਾਬ ਸਾਰੇ ਦੇਸ਼ ਨੂੰ ਅੰਨ ਵੀ ਦਿੰਦਾ ਰਿਹਾ। ਤੁਸੀਂ ਉਸ ਦੇ ਨਾਲ ਇੰਨਾ ਬੁਰਾ ਵਰਤਾਓ ਕਰੋਗੇ, ਔਰ ਇਸ ਤਰ੍ਹਾਂ ਉਹਦਾ ਸਭ ਤੋਂ ਵੱਡਾ ਉੱਤਮ ਸਥਾਨ, ਜਦੋਂ ਅਸੀਂ ਕਹਿੰਦੇ ਆ ਨਾ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਬੇਨਤੀ ਕਰਦੇ ਆ, ਰੋਜ਼ ਅਰਦਾਸ ਕਰਦੇ ਆ, ਹਰ ਬੱਚੇ ਦੇ ਦਿਮਾਗ 'ਚ ਹੈ ਇਹ ਅਰਦਾਸ ਦੀ। ਕੋਈ ਵੀ ਗੱਲ ਕੀਤੀ ਜਾਵੇ ਨਾ, ਉਹ ਤੁਸੀਂ ਉਹ ਤੋਂ ਖੱਬੇ ਸੱਜੇ ਕਦੇ ਵੀ ਨਹੀਂ ਜਾਂਦੇ ਜੋ ਸਿੱਖ ਅਸਲੀ ਹੈ, ਕਿਉਂਕਿ ਰੋਜ਼ ਹੀ ਪੜ੍ਹਦਾ। ਤਾਂ ਇਹ ਜੋ ਹਰਿਮੰਦਰ ਸਾਹਿਬ ਇਹੋ ਜਿਹਾ ਸਾਡਾ ਪਵਿੱਤਰ ਸਥਾਨ ਹੈ ਜੋ ਸਾਡੇ ਦਿਲ ਦੇ ਨਾਲ ਜੁੜਿਆ, ਔਰ ਸਾਡੇ ਲਈ ਸਭ ਤੋਂ ਪਵਿੱਤਰ ਹੈ। ਜਦ ਮੈਂ ਦੇਖਿਆ ਵਿੱਚ ਬਦਬੂ ਵੀ ਆ ਰਹੀ ਸੀ, ਹਰਿਮੰਦਰ ਸਾਹਿਬ ਸੁੱਕਾ ਪਿਆ ਸੀਗਾ, ਵਿੱਚ ਲਾਸ਼ਾਂ ਦਾ ਸੀਗਾ ਸਾਰਾ ਕੁਛ। ਇਟ ਵਾਜ਼ ਸ਼ੌਕਿੰਗ, ਯੂ ਕਾਂਟ ਇਮੈਜਿਨ। ਅੱਜ ਹੁਣ ਕਿਸ ਤਰ੍ਹਾਂ ਦੇਖਦੇ ਹੋ, ਹਰ ਸਾਲ ਜਦੋਂ ਇਹ ਸ਼ਹੀਦੀ ਸਪਤਾਹ ਆਉਂਦਾ ਹੈ ਤਾਂ ਕਿਸੇ ਨਾ ਕਿਸੇ ਕਿਸਮ ਦੀ ਰਾਜਨੀਤੀ ਕੀਤੀ ਜਾਂਦੀ ਹੈ ਰਾਜਨੇਤਾਵਾਂ ਦੇ ਵੱਲੋਂ। ਹੁਣ ਸਿਕਿਉਰਿਟੀ ਦਾ ਬਹੁਤ ਚੱਲ ਰਿਹਾ ਜੀ, ਅਸੀਂ ਸਾਰਿਆਂ ਤੋਂ ਵਾਪਸ ਖੋ ਕੇ ਸਿਕਿਉਰਿਟੀ ਘੱਲੂਘਾਰਾ ਦਿਵਸ ਦੇ ਮੌਕੇ ਤੇ ਲਗਾਉਣੀ ਹੈ, ਪੰਜਾਬ ਦਾ ਮਾਹੌਲ ਬਹੁਤ ਖਰਾਬ ਹੈ। ਅੱਜ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਂ ਉਦੋਂ ਦੀ ਸਥਿਤੀ ਵੀ ਕਹਿ ਰਿਹਾ, ਅੱਜ ਵੀ ਕਹਿ ਰਿਹਾ, ਚੰਗੇ ਸਾਡੇ ਰਾਜਨੀਤਿਕ ਹੁੰਦੇ ਤਾਂ ਗੱਲਾਂ ਹੁੰਦੀਆਂ ਹੀ ਨਾ, ਸਾਨੂੰ ਆਪਣਾ ਪੰਜਾਬ ਮਿਲਿਆ ਹੁੰਦਾ। ਈਵਨ ਮਹਾਰਾਜ ਦੇਖੋ, ਮੈਂ ਤੁਹਾਨੂੰ ਸੱਚੀ ਦੱਸ ਰਿਹਾ ਕਿ ਆਪ ਪੰਜਾਬ ਤਾਂ ਸੀਗਾ ਜੀ, ਸਾਰੀਆਂ ਪੰਜਾਬ ਜਿਹੜੀਆਂ ਫੂਲਕੀਆਂ ਸਟੇਟ ਸੀਗੀਆਂ, ਸਿੱਖ ਸੀਗੇ ਸਾਰੇ, ਉੱਪਰ ਵੀ ਸਾਰੇ ਸਿੱਖਾਂ ਦਾ ਸੀ। ਇਹ ਸਾਰਾ ਕਲੇਮ ਕਰ ਸਕਦੇ ਸੀ, ਉਦੋਂ ਲੈ ਸਕਦੇ ਸੀ, ਔਰ ਡਿਸਕਸ਼ਨ ਕਰਨ ਵਾਲਾ ਕੋਈ ਮੂਹਰੇ ਹੁੰਦਾ। ਉਹ ਬਲਦੇਵ ਸਿੰਘ ਵਰਗੇ ਵਿਕਣ ਵਾਲੇ ਜਿਹੜੇ ਹੈਗੇ ਆ, ਉਹਨਾਂ ਨੇ ਪੰਜਾਬ ਨੂੰ ਵੇਚਿਆ। ਈਵਨ ਤਾਰਾ ਸਿੰਘ ਆਲਸੋ, ਉਹਨੇ ਖਾਸ ਕੰਮ ਨਹੀਂ ਕੀਤਾ। ਜੇ ਸਾਡੇ ਲੀਡਰ ਚੰਗੇ ਹੁੰਦੇ, ਜਾਂ ਬਾਅਦ 'ਚ ਵੀ ਲੀਡਰ ਚੰਗੇ ਹੁੰਦੇ ਨਾ, ਔਰ ਪੋਲੀਟੀਸ਼ੀਅਨ ਜਿਹਨੇ ਸਾਨੂੰ ਸਾਰਿਆਂ ਨੂੰ ਪੰਜਾਬ, ਤੁਸੀਂ ਦੇਖ ਲਿਆ ਪੰਜਾਬ ਦਾ ਹੁਣ ਕਿੰਨਾ ਕਰਜ਼ਈ ਹੋਇਆ ਪਿਆ, 3.5 ਲੱਖ ਕਰੋੜ ਦਾ ਕਰਜ਼ਈ ਆ। ਤੇ ਹੁਣ ਕੀ ਹੋ ਰਿਹਾ, ਹੁਣ ਤੁਸੀਂ ਦੇਖ ਲਓ, ਕਦੇ ਸਿਕਿਉਰਿਟੀ ਕੱਢ ਲਈ, ਸਿਕਿਉਰਿਟੀ ਪਾ ਦਿੱਤੀ। ਤਾਂ ਐਕਚੁਅਲੀ ਜੋ ਇਨਸਾਨ ਹੈ ਨਾ, ਜੋ ਆਮ ਨਾਗਰਿਕ ਹੈ, ਉਹਦੀ ਕੋਈ ਪਰਵਾਹ ਨਹੀਂ ਕਰ ਰਿਹਾ। ਬਿਲਕੁਲ। ਜੋ ਉਹਨਾਂ ਦੇ ਪ੍ਰੋਬਲਮ, ਸਭ ਤੋਂ ਵੱਡਾ ਪ੍ਰੋਬਲਮ ਕੀ ਹੈ ਪੰਜਾਬ ਦਾ? ਅਨਪਲਾਇਮੈਂਟ ਹੈ ਨਾ, ਭੱਜੇ ਜਾਂਦੇ ਨੇ ਸਾਰੇ, ਖਾਲੀ ਹੋ ਰਿਹਾ ਨਾ ਪੰਜਾਬ। ਜੇ ਇੱਥੇ ਉਹ ਜਿਹਾ ਵਾਤਾਵਰਨ ਮਿਲੇ, ਉਹਨੂੰ ਠੀਕ ਤਨਖਾਹ ਮਿਲੇ, ਤਾਂ ਬੰਦੇ ਕਿਉਂ ਜਾਣ ਬਾਹਰ? ਪੰਜਾਬ ਤਾਂ ਉਹੀ ਉਜੜਿਆ ਪਿਆ। ਦੂਜਾ ਪ੍ਰੋਬਲਮ ਨਸ਼ਾ ਹੀ। ਕੀ ਕੀਤਾ ਇਹਨਾਂ ਨੇ?
ਉਹ ਵੀ ਮੈਂ ਸਹੁੰ ਖਾ ਕੇ ਕਹਿੰਦਾ ਮੈਂ ਗੁਟਕਾ ਦੀ ਸਹੁੰ 'ਤੇ ਵੀ ਇਹੋ ਜਿਹੀਆਂ ਗੱਲਾਂ ਕਰਦੇ ਸੀ। ਔਰ ਮੈਂ ਸਾਰਿਆਂ ਦਾ ਜੋ ਬਾਕੀ ਜਿਹੜੇ ਹੈ ਜਿੱਦੀ ਇਨਕਮ ਹੈ ਖੇਤੀ 'ਚੋਂ, ਹੁਣ 2-2 ਏਕੜ 3-3 ਏਕੜ ਜ਼ਮੀਨ 'ਚੋਂ ਇਨਕਮ ਖਾਣ ਜੋਗੀ ਨਹੀਂ ਆਉਂਦੀ ਔਰ ਠੀਕ ਭਾਅ ਮਿਲਦੇ ਨਹੀਂ, ਤੇ ਉਹਨਾਂ ਦੇ ਗੁਜ਼ਾਰਾ ਨਹੀਂ ਪਿੰਡਾਂ ਵਾਲਿਆਂ ਦਾ ਹੋ ਰਿਹਾ। ਬਹੁਤ ਬੁਰਾ ਸੁਸਾਈਡ ਕਿੰਨੇ ਹੋ ਰਹੇ ਨੇ। ਤੀਜਾ ਬਹੁਤ ਵੱਡਾ ਪ੍ਰੋਬਲਮ ਹੈ, ਉਹ ਜਦ ਤੁਹਾਨੂੰ ਜਿਹੜੀ ਹੈ ਫਸਲ ਦਾ ਸਹੀ ਮੁੱਲ ਨਹੀਂ ਮਿਲੇਗਾ, ਕਮਾਈ ਨਹੀਂ ਹੋਏਗੀ। ਹੁਣ ਆਹ ਦੇਖ ਲਓ ਇਸ ਸਾਲ ਕੀ ਹੋਇਆ, ਸਾਰੀ ਕਣਕ ਜਿਹੜੀ ਹੈਗੀ ਆ ਉਹ ਬੀਜ ਦਾਣਾ ਛੋਟਾ ਹੋ ਗਿਆ, ਉਹਦੇ ਨਾਲ 50% ਨੁਕਸਾਨ ਹੋਇਆ। ਉਹ ਕਿੱਥੋਂ ਕੌਣ ਭਰੂਗਾ? ਕੋਈ ਨਹੀਂ ਭਰਨ ਵਾਲਾ, ਕੋਈ ਕਿਸੇ ਨੇ ਕੋਈ ਪੈਸਾ ਨਹੀਂ ਦੇਣਾ। ਉਹ ਕਿਸਾਨ ਦਾ ਕੀ ਹਾਲ ਹੈ, ਸਾਲ ਕੱਢਣਾ ਹੈ, ਉਹ ਕਿਵੇਂ ਕੱਢੇਗਾ? ਅੱਛਾ, ਤਾਂ ਹੁਣ ਘਟਦੀ ਜਾ ਰਹੀ ਹੈ ਜ਼ਮੀਨ ਵੀ, ਔਰ ਜ਼ਮੀਨ ਘਟਦੀ ਕੀ ਜਾ ਰਹੀ ਹੈ। ਹੁਣ ਮੁੰਡੇ ਤੰਗ ਆ ਕੇ ਜਿਹੜੀ ਜ਼ਮੀਨ ਆ ਉਹ ਵੀ ਵੇਚ ਕੇ ਬਾਹਰ ਨੂੰ ਭੱਜ ਰਹੇ ਨੇ। ਸਾਰਾ ਲਗਾਤਾਰ ਹੋ ਰਿਹਾ ਨਾ। ਇਹ ਨਹੀਂ ਕਿ ਵੀ ਅੱਜ ਦਾ ਕੰਮ ਹੈ, ਇਹ ਲਗਾਤਾਰ ਇਸ ਤਰ੍ਹਾਂ ਗ੍ਰਾਫ ਜਾ ਰਿਹਾ ਸੀ। ਪਹਿਲਾਂ 1 ਲੱਖ ਕਰੋੜ ਸੀ, 2 ਲੱਖ ਹੋ ਗਿਆ, 3.5 ਹੋ ਗਿਆ, ਹੁਣ 4 ਤੱਕ ਵੀ ਪਹੁੰਚ ਗਿਆ ਹੋਣਾ। ਇਹਨਾਂ ਨੇ ਕਿਸੇ ਨੇ ਕਰਜ਼ੇ ਘਟਾਉਣ ਬਾਰੇ ਤਾਂ ਸੋਚਣਾ ਨਹੀਂ। ਜਿਹੜੀਆਂ ਨੌਕਰੀਆਂ ਦੇਣੀਆਂ ਦਾ ਪਤਾ ਲੱਗਿਆ, ਕਿਸੇ ਨੇ ਦੇਖੋ ਕਹਿ ਰਿਹਾ ਮੈਂ 28,600 ਨੌਕਰੀਆਂ ਦਊਂਗਾ। ਤੁਸੀਂ ਕਿਸੇ ਅਖਬਾਰ 'ਚ ਪੜ੍ਹਿਆ ਕਿੱਥੋਂ ਕਿਹੜੇ ਬ੍ਰਾਂਚ ਦੇਣੀ ਹੈ, ਕਿਵੇਂ ਦੇਣੀ ਹੈ, ਕੋਈ ਐਡਵਰਟਾਈਜ਼ਮੈਂਟ ਆਈ ਹੈ, ਕੁਛ ਆਈ ਹੈ? ਨਹੀਂ, ਸਭ ਅੰਦਰ ਖਾਤੇ ਹੋ ਰਿਹਾ। ਪਤਾ ਲੱਗਦਾ ਫਲਾਣੇ ਨੌਕਰੀ ਦਿੱਤੀ, ਫਲਾਣੇ ਨੌਕਰੀ। ਇਹ ਜਿਹੜਾ ਅੰਡਰ ਖਾਤੇ ਵਾਲਾ ਕੰਮ ਹੈ ਨਾ, ਇਹ ਸਾਰਿਆਂ ਨੂੰ ਲੈ ਡੁੱਬੇਗਾ, ਪੰਜਾਬ ਨੂੰ ਲੈ ਕੇ ਹੀ ਜਾ ਰਿਹਾ ਸਾਰਾ। ਹੁਣ ਦੂਜਾ ਮੈਨੂੰ ਜਿਵੇਂ ਦੱਸਿਆ ਗਿਆ, ਕਹਿੰਦੇ 700 ਗੁੰਡੇ ਨੇ ਇਸ ਵੇਲੇ ਔਰ 70 ਗੈਂਗ ਨੇ। ਬਈ ਇਹ ਇੰਨੇ ਕਿਵੇਂ ਬਣ ਗਏ ਗੈਂਗ? ਇਹਦਾ ਮਤਲਬ ਪੁਲਿਸ ਦਾ ਜੋ ਕੰਮ ਹੈ, ਇਹਨਾਂ ਨੂੰ ਕੰਟਰੋਲ ਕਰਕੇ ਜੇਲ੍ਹ 'ਚ ਬਿਠਾਏ ਹੋਏ ਨੇ, ਜੇਲ੍ਹ 'ਚੋਂ ਵੀ ਚੱਲੀ ਜਾ ਰਹੀ ਕਹਾਣੀ ਸਾਰੀ ਹੋ ਰਹੀ ਹੈ, ਹਰ ਇੱਕ ਜੇਲ੍ਹ ਦੇ ਵਿੱਚ ਹੀ ਹੋ ਰਿਹਾ। ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਬੁਰੀਆਂ ਨੇ ਪੰਜਾਬ ਲਈ, ਔਰ ਪੰਜਾਬ ਦਾ ਭਵਿੱਖ ਜੋ ਹੈ ਕਿਸੇ ਤਰ੍ਹਾਂ ਵੀ ਆਸਵੰਦ ਨਜ਼ਰ ਨਹੀਂ ਆ ਰਿਹਾ। ਕਿਉਂਕਿ ਅਗਰ ਸਾਰਿਆਂ ਨੇ ਲੋਕਾਂ ਨੇ ਬਿਨਾਂ ਸੋਚੇ ਵੋਟ ਦੇ ਦਿੱਤੀ ਵੀ ਅਸੀਂ ਜਿਹੜੇ ਪਹਿਲੇ ਗੰਦੇ ਬੰਦੇ ਸੀ ਕੱਢ ਦਿਓ ਉਹਨਾਂ ਨੇ ਕੁਝ ਨਹੀਂ ਕੀਤਾ। ਹੁਣ ਨਵੇਂ ਆਉਣਗੇ, ਨਵੇਂ ਕੁਛ ਤਾਂ ਕਰਨਗੇ। ਹੁਣ ਲੱਗਦਾ ਕੁਛ ਕਰਨਗੇ, ਹਾਲੇ ਤੱਕ ਤਾਂ ਮੈਨੂੰ ਤਾਂ ਕੋਈ ਲੱਗਦਾ ਨਹੀਂ। ਤਾਂ ਸਾਨੂੰ ਕੋਈ ਦਿਸ ਨਹੀਂ ਰਿਹਾ ਇਸ ਵੇਲੇ। ਸੋ ਇਹ ਪੋਲੀਟੀਸ਼ੀਅਨ ਹੈ ਜੀ ਸਾਡੇ ਅੱਜ ਦੇ। ਤੇ ਜੇ ਪੋਲੀਟੀਸ਼ੀਅਨ ਸੋਚਣਗੇ ਪੰਜਾਬ ਦੇ, ਖੜਗ ਸਿੰਘ ਵਰਗੇ ਕਿੱਥੋਂ ਆਉਣਗੇ? ਹੁਣ ਬਹੁਤ ਵੱਡੇ ਲੀਡਰ ਸੀਗੇ, ਉਹੋ ਜਿਹੇ ਲੀਡਰ ਸਾਡੇ ਕੋਲੇ ਹੁਣ ਆਉਣਗੇ ਪੰਜਾਬ ਵਿੱਚ, ਤਾਂ ਕਿਤੇ ਜਾ ਕੇ ਸੇਧ ਹੋਏਗੀ ਚੰਗੀ, ਔਰ ਪੰਜਾਬ ਦਾ ਕਲਿਆਣ ਹੋਏਗਾ। ਹੁਣ ਪੰਜਾਬ ਨੂੰ ਜੇ ਕੰਟਰੋਲ ਹੀ ਦਿੱਲੀ ਤੋਂ ਹੋਣਾ, ਇੱਧਰੋਂ ਦਾ ਤੁਸੀਂ 400 ਹਟਾ ਲਓ, ਬਾਕੀ ਉਹ ਦਿੱਲੀ ਵਾਲਿਆਂ ਨੂੰ ਦੇਈ ਜਾਓ। ਦਿੱਲੀ ਵਾਲਿਆਂ ਨੂੰ ਸਿਕਿਉਰਿਟੀ ਪੂਰੀ ਦਿੱਤੀ ਆ, ਉਹ ਪੰਜਾਬ 'ਚੋਂ ਕਿਉਂ ਦੇ ਰਹੇ ਉਹਨਾਂ ਨੂੰ? ਇਹ ਔਰ ਦੂਸਰਾ ਤੁਸੀਂ ਦੇਖ ਲਿਆ, ਸਿਕਿਉਰਿਟੀ ਦੇਣ ਦਾ ਨਾ ਦੇਣ ਦਾ ਨਤੀਜਾ ਹੁਣ ਕੀ ਮੂਸੇ ਵਾਲੇ ਨਾਲ ਕੀ ਹੋਇਆ, ਠੀਕ ਹੈ ਨਾ। ਤੇ ਹਰ ਚੀਜ਼ ਇਹਨੂੰ ਸਮਝ ਨਹੀਂ ਆ ਰਹੀ ਹੈ ਇਸ ਵੇਲੇ, ਔਰ ਲੀਕ ਪਹਿਲਾਂ ਹੀ ਕਰ ਦਿੰਦੇ ਆ ਵੀ ਸਿਕਿਉਰਿਟੀ ਲੈਣੀ ਆ। ਵੱਡੀਆਂ ਖਬਰਾਂ 'ਚ ਕੀ ਸੁਣਦੇ ਸੀ, ਅਕਾਲ ਤਖਤ ਤੋਂ ਸਿਕਿਉਰਿਟੀ ਹਟਾ ਲਈ ਗਈ, ਅਕਾਲ ਤਖਤ ਤੋਂ ਸਿਕਿਉਰਿਟੀ ਹਟਾ ਲਈ ਗਈ। ਬਦਨਾਮ ਕਰਨ ਵਾਲੀ ਗੱਲ ਹੀ ਹੈ ਨਾ। ਬਿਲਕੁਲ, ਇਹ ਚੀਜ਼ਾਂ ਸੌਂਦੀਆਂ ਨੇ ਇਹਨਾਂ ਨੂੰ। ਅਕਾਲ ਤਖਤ ਛੋਟੀ ਚੀਜ਼ ਹੈ, ਇਹਦਾ ਹੁਣ ਸਿੱਖਾਂ ਦੀ ਤੁਸੀਂ ਬੇਇੱਜ਼ਤੀ ਕਰ ਰਹੇ ਹੋ, ਹੈ ਕਿ ਨਹੀਂ? ਮੀਡੀਆ ਵੀ ਆਪਣੇ ਹੱਕ 'ਚ ਨਹੀਂ ਹੈ ਨਾ। ਪ੍ਰੋਬਲਮ ਸਭ ਤੋਂ ਵੱਡੀ ਇਹ ਹੈ, ਸਾਡੀ ਕੋਈ ਵੀ ਜੋ ਅਸਲ ਸੁਣਾਈ ਹੈ, ਅਸਲੀ ਪੱਖ ਸਾਡਾ ਪੇਸ਼ ਹੀ ਨਹੀਂ ਹੋ ਰਿਹਾ। ਲੋਕਾਂ ਦੇ ਪ੍ਰੋਬਲਮ ਪੇਸ਼ ਨਹੀਂ ਹੋ ਰਹੇ। ਹੁਣ ਮੈਨੂੰ ਇਹ ਦੱਸੋ, ਬਰਗਾੜੀ ਵਾਲਾ ਕਿੱਸਾ, ਗੁਰੂ ਗ੍ਰੰਥ ਸਾਹਿਬ ਕਿੰਨੀ ਵਾਰੀ ਕਿੰਨੇ ਕੇਸ ਹੋ ਗਏ, ਕੁਝ ਲੱਭਿਆ? ਕੁਛ ਬਰਗਾੜੀ ਵਾਲਾ ਕੇਸ ਸੌਟ ਆਊਟ ਹੋਇਆ? ਕੁਛ ਨਹੀਂ ਹੋਇਆ। ਮੈਂ ਕਰੂੰਗਾ ਜੀ, ਮੈਂ ਆਹ ਕਰੂੰਗਾ ਜੀ। ਸਾਰੇ ਲੀਡਰ ਕਹਿੰਦੇ, ਕਿਹੜਾ ਲੀਡਰ ਨਹੀਂ ਕਹਿੰਦਾ? ਮਾਨ ਵੀ ਕਹਿੰਦਾ ਜੀ ਮੈਂ 1 ਮਹੀਨੇ ਕਰਕੇ ਦੇ ਦੂੰਗਾ, ਫਲਾਣੇ ਵੀ ਕਹਿੰਦਾ ਮੈਂ ਕਰਕੇ ਦੇ। ਕੋਈ ਨਹੀਂ ਕਰ ਰਿਹਾ, ਕਿਉਂਕਿ ਉਹਨਾਂ ਦੇ ਇੰਟਰਸਟ ਬਦਲੀ ਹੋ ਰਹੇ ਆ। ਜਿਹਦਾ ਹੁਣ ਧਿਆਨ ਉੱਥੇ ਦਿੱਲੀ ਵਾਲੀ ਹੋਵੇ, ਉਹ ਇੱਥੇ ਦਾ ਕਿਵੇਂ ਸੋਚੇਗਾ? ਹੁਣ ਉੱਥੋਂ ਦੇ ਕੇਸ ਦੇਖੋ, ਗੱਲ ਸੁਣੋ, ਕਿਸੇ ਨੇ ਗਾਲ ਕੱਢੀ ਦੂਜੇ ਨੂੰ, ਕੇਜਰੀਵਾਲ ਨੂੰ, ਉਹ ਫੜਿਆ ਜਾਂਦਾ ਬੰਦਾ, ਇੱਥੇ ਆ ਕੇ ਇੱਥੇ ਕੇਸ ਬਣਦਾ। ਇਹ ਕੋਈ ਸਿਆਸਤ ਹੈ? ਇਹ ਸਿਆਸਤ ਨਹੀਂ ਹੈ, ਇਹ ਇੱਕ ਤਰ੍ਹਾਂ ਦਾ ਵਿਕਰੀ ਹੋ ਰਿਹਾ ਪੰਜਾਬ ਦਿੱਲੀ ਨੂੰ। ਸੋ ਇਹ ਚੀਜ਼ਾਂ ਨਹੀਂ ਐਕਸੈਪਟ ਹੁੰਦੀਆਂ, ਇਹਨਾਂ ਨੂੰ ਸਾਨੂੰ ਰੋਕਣਾ ਪਏਗਾ। ਜੇ ਅਸੀਂ ਪੰਜਾਬ ਹਾਂ, ਸਾਨੂੰ ਪੰਜਾਬੀ ਤੇ ਪੰਜਾਬੀਅਤ ਵੱਲ ਪੂਰਾ ਧਿਆਨ ਦੇਣਾ ਪਏਗਾ, ਔਰ ਸਿੱਖਾਂ ਨੂੰ ਵੀ ਆਪਣੇ ਆਪ ਨੂੰ ਸੋਧਣਾ ਪਏਗਾ। ਔਰ ਖਾਸ ਕਰਕੇ ਸਿੱਖਾਂ ਨੇ ਪਛਾਣ ਲਏ ਨੇ ਕਿਹੜੇ ਲੀਡਰ ਸਾਡੇ ਕੰਮ ਦੇ ਨਹੀਂ ਹੈ, ਕਿਹੜੇ ਨਹੀਂ ਹੈ। ਉਹਨਾਂ ਨੂੰ ਪਾਸੇ ਰੱਖਣਾ, ਹੌਲੀ ਹੌਲੀ ਕੁਝ ਸੇਧ ਤਾਂ ਚੱਲੀ ਹੈ ਚਲੋ, ਕਿਉਂਕਿ ਜਿਵੇਂ ਕਹਿੰਦੇ ਅਸੀਂ ਕਹਿੰਦੇ ਉਤ ਗਿਆ ਹੀ ਆਵਾ। ਜਦ ਇਹੋ ਜਿਹੀ ਹਾਲਤ ਹੋਵੇ ਨਾ, ਸਾਨੂੰ ਬਹੁਤ ਧਿਆਨ ਦੇ ਨਾਲ ਮਿਲ ਕੇ ਚੰਗੇ ਬੰਦਿਆਂ ਨੂੰ ਅੱਗੇ ਆ ਕੇ ਇੱਕ ਚੰਗੀ ਸਰਕਾਰ ਜੋ ਹੈ ਉਹ ਬਦਲ ਦੇਣਾ ਚਾਹੀਦਾ ਹੈ, ਜੋ ਸਿਰਫ ਪੰਜਾਬੀ ਤੇ ਪੰਜਾਬੀਅਤ ਦਾ ਸੋਚੇ, ਤਾਂ ਹੀ ਉੱਠੇਗਾ। ਇਹਨਾਂ ਦੇ ਮੁੱਖ ਮੁੱਦੇ ਜਿਹੜੇ ਹੈਗੇ, ਜਿਵੇਂ ਕਰਜ਼ਾ ਲਾਉਣਾ ਹੈ, ਇਸੇ ਤਰ੍ਹਾਂ ਹੀ ਆਪਣੇ ਜਵਾਨਾਂ ਨੂੰ ਇੱਥੇ ਵਸਣਯੋਗ ਬਣਾਉਣਾ ਹੈ,
ਖਾਸ ਕਰਕੇ ਉਹਨਾਂ ਨੂੰ ਨੌਕਰੀਆਂ ਚੰਗੀਆਂ ਦੇਣੀਆਂ ਜਾਂ ਕਿੱਤਾ ਚੰਗਾ ਦੇਣਾ ਹੈ। ਉਸ ਤੋਂ ਬਾਅਦ ਕਿਸਾਨਾਂ ਦਾ ਜੋ ਹੈ ਰੋਜ਼ਗਾਰ ਠੀਕ ਹੋਣਾ ਚਾਹੀਦਾ। ਜਿਹੜੇ ਦੂਜੇ ਆਮ ਵਰਕਰ ਹੈ ਉਹਨਾਂ ਦੀ ਵੀ ਜ਼ਿੰਦਗੀ ਸੌਖੀ ਕਰਨੀ ਹੈ, ਚੀਜ਼ਾਂ ਦੇ ਭਾਅ ਘੱਟ ਕਰਨੇ ਹੈ। ਪਲੱਸ ਜਿਹੜਾ ਖਾਸ ਕਰਕੇ ਪੰਜਾਬ ਦਾ ਮਾਹੌਲ ਹੈ ਨਾ, ਉਹਨੂੰ ਬਦਲੀ ਕਰਨਾ ਚਾਹੀਦਾ। ਹੁਣ ਤੁਸੀਂ ਇੱਕ ਲੈ ਲਓ, ਲੁਧਿਆਣੇ 'ਚ ਇੱਕੋ ਹੀ ਪ੍ਰੋਬਲਮ ਵੱਡਾ ਮੇਜਰ ਹੈ ਨਾ, ਬੁੱਢਾ ਨਾਲਾ। ਕਿੰਨੇ ਕੁਛ ਪ੍ਰੋਜੈਕਟ ਬਣ ਗਏ, ਇਹ ਬਣ ਗਏ, ਕੀਤਾ ਕੁਝ? ਕਿਸੇ ਨੇ ਕੁਝ ਨਹੀਂ ਕੀਤਾ। ਸਾਰੇ ਵੱਡੇ ਇੱਕ ਪਤਾ ਕੀ ਹੈ, ਜਿਹੜੇ IAS ਹੈ ਜਾਂ ਦੂਜੀ ਲੌਬੀ ਹੈ, ਉਹ ਆਪਣੀ ਗੇਮ ਚਲਾਉਂਦੇ ਆ। ਹੁਣ ਅੱਜ ਦੀ ਖਬਰ ਮੈਂ ਇਹ ਦੇਖ ਲਓ, ਜ਼ਮੀਨਾਂ ਕਿੰਨੀਆਂ ਦੱਬ ਲਈਆਂ ਉੱਥੇ ਪੰਚਾਇਤ ਦੀਆਂ। ਤਾਂ ਉਹਨਾਂ ਨੇ ਹੁਣ ਆਰਡਰ ਕੀਤਾ ਵੀ ਤੁਸੀਂ ਜ਼ਮੀਨਾਂ ਛੱਡੋ। ਪਤਾ ਨਹੀਂ 2000 ਏਕੜ ਜੋ ਹੈ ਪੰਚਾਇਤ ਦੀ ਦਬਾ ਲਈ। ਇਹ ਇੱਕ ਨਹੀਂ, ਸਾਰੇ ਪਿੰਡਾਂ ਦੀਆਂ ਪਤਾ ਨਹੀਂ ਪੰਚਾਇਤਾਂ ਕਿੰਨੀਆਂ ਜ਼ਮੀਨਾਂ ਦਵਾਈਆਂ ਹੋਈਆਂ ਨੇ ਵੀ ਤੁਸੀਂ ਉਹ ਪੰਚਾਇਤ ਇਕੱਠੇ ਪੈਸਾ ਲਾਉਣਾ ਹੈ, ਪੈਸੇ ਨੂੰ ਲਾਹੋ। ਜਿਹੜਾ ਸਾਡਾ ਕਰਜ਼ਾ ਤੁਹਾਡੇ ਸਿਰ 'ਤੇ ਕਰਜ਼ਾ ਹੋਵੇ ਤੁਹਾਨੂੰ ਨੀਂਦ ਆਉਂਦੀ ਹੈ, ਪਹਿਲਾਂ ਕਰਜ਼ਾ ਲਾਹੋ। ਜਵਾਨਾਂ ਨੂੰ ਜਿਹੜੀ ਹੁਣ ਤੁਸੀਂ ਨੌਕਰੀਆਂ ਹੁਣ ਅਨਾਉਂਸ ਕਰ ਰਹੇ ਹੋ, ਉਹਨਾਂ ਨੂੰ ਐਡਵਰਟਾਈਜ਼ਮੈਂਟ ਪ੍ਰੋਪਰਲੀ ਕਰੋ, ਉਹਨਾਂ ਦੀ ਬੰਦੇ ਦੀ ਟ੍ਰੇਨਿੰਗ ਕਰੋ ਪੰਜਾਬੀਆਂ ਦੀ। ਉਹ ਲੇਕਿਨ ਉਹ ਬਾਹਰ ਦੇ ਬੰਦੇ ਆ ਰੱਖੀ ਜਾਂਦੇ ਆ। ਹੁਣ ਕੁਛ ਇਹੋ ਜਿਹੀ ਵੀ ਗੱਲ ਆਈ ਹੈ, ਔਰ DCਆਂ ਨੇ ਕੀ ਕੀਤਾ ਨਾ, ਚੰਗੇ ਜੋ ਹੈ ਜਿਵੇਂ ਨੌਕਰ ਲੱਗੇ ਹੋਏ ਸੀ, ਕੋਈ ਦੂਜੇ ਦਾ ਸੀਗਾ ਨੇਪਾਲ ਦਾ, ਕੋਈ ਪਹਾੜ ਤੋਂ ਹੈ, ਕੋਈ UP ਦਾ ਹੈ, ਉਹਨਾਂ ਨੂੰ ਪਹਿਲਾਂ ਕੁਛ ਰੱਖਣਾ, ਬਾਅਦ ਵਿੱਚ ਉਹਨਾਂ ਨੂੰ ਪੱਕੇ ਕਰਾਈ ਜਾਂਦੇ ਆ ਜਿਹੜੇ IAS ਅਫਸਰ। ਇਹ ਬਹੁਤ ਬੁਰੀ ਗੱਲ ਹੈ। ਉਹ ਆਇਡੈਂਟੀਫਾਈ ਕਰਕੇ ਪੰਜਾਬੀਆਂ ਨੂੰ ਇੱਕ ਦੇਖੋ, ਮੈਂ ਮਹਾਰਾਸ਼ਟਰ ਦੇਖਿਆ, ਦੂਸਰੀਆਂ 1-2 ਸਟੇਟਾਂ ਦੇਖੀਆਂ, ਉੱਥੇ ਉਹਨਾਂ ਨੇ ਰਿਟਨ ਆਰਡਰ ਹੈ ਕਿ 80% ਸੀਟਾਂ ਜੋ ਹੈ ਉਹ ਮਹਾਰਾਸ਼ਟਰੀਆਂ ਨੂੰ ਦਿੱਤੀਆਂ ਜਾਣਗੀਆਂ। ਇੱਥੇ ਕੋਈ ਹੈ ਜਾਂ ਆਰਡਰ, ਕੋਈ ਐਕਸ਼ਨ ਲਿਆ ਇਹਨਾਂ ਨੇ? ਕੋਈ ਕੁਛ ਨਹੀਂ ਕੀਤਾ। ਜਦ ਕਿ ਇਹਨਾਂ ਨੂੰ ਸਾਰੇ, ਮੈਂ ਉਹਨਾਂ ਲੈਟਰ ਵੀ ਭੇਜਤੇ ਸੀ ਚੀਫ ਸੈਕਟਰੀ ਨੂੰ, ਉਸੋਂ ਦੇ ਚੀਫ ਮਿਨਿਸਟਰ ਨੂੰ, ਸਾਰੇ ਲੈਟਰ ਭੇਜੇ ਜੀ, ਦੇਖੋ ਆਹ ਕੁਝ ਹੋ ਰਿਹਾ। ਕੋਈ ਸੋਚਦੇ ਤੱਕ ਨਹੀਂ ਹੈ ਇਹੋ ਜਿਹੇ ਕੰਮ। ਜੀ ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਤਰ੍ਹਾਂ ਸਾਡੇ ਨਾਲ ਸਾਬਕਾ ਕਰਨਲ, ਰਿਟਾਇਰ ਕਰਨਲ ਡਾਕਟਰ DS ਗਰੇਵਾਲ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ। ਤਾਂ ਮੰਜ਼ਰ ਇਹਨਾਂ ਨੇ ਪੂਰਾ ਦੱਸਿਆ। ਹਾਲਾਂਕਿ ਇਹਨਾਂ ਦੀ ਆਪਣੀ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਸੀ ਕਿ ਕਿਸ ਤਰ੍ਹਾਂ ਦਾ ਮੰਜ਼ਰ ਦਰਬਾਰ ਸਾਹਿਬ ਦੇ ਵਿੱਚ ਰਿਹਾ। ਤੇ ਹੁਣ ਜਿਹੜੀ ਪੋਲਿਟਿਕਸ ਆ ਉਹ ਸਿਰਫ ਲੋਕਾਂ ਨੂੰ ਭਰਮਾਉਣ ਦੀ ਹੈ, ਕੰਮ ਕਰਨ ਦੀ ਪੋਲਿਟਿਕਸ ਨਹੀਂ ਹੈ। ਤੇ ਇਹਨਾਂ ਦਾ ਕਹਿਣਾ ਕਿ ਜੇਕਰ ਚੰਗੇ ਬੰਦੇ ਨਾ ਚੁਣੇ ਆਪਾਂ ਤਾਂ ਪੰਜਾਬ ਦੀ ਸਥਿਤੀ ਹੋਰ ਖਰਾਬ ਹੋ ਜਾਏਗੀ। ਤਾਂ ਵਧੇਰੇ ਅਪਡੇਟਸ ਸੀ ਸਾਨੂੰ ਜੁੜੇ ਰਹੋ। ਕੈਮਰਾਮੈਨ ਸਤਵੰਤ ਮਠਾਰੂ ਦੇ ਨਾਲ ਸਰਮਜੀਤ ਸਿੰਘ ਭੱਲਾ, ਲੁਧਿਆਣਾ ਟਾਈਮਸ।